ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਝੋਕੀ ਪੂਰੀ ਤਾਕਤ। ਬਰਨਾਲਾ ਦੇ ਵਿੱਚ ਫਿਰ ਵਿਰੋਧੀਆਂ ਤੇ ਵਰੇ ਸੀਐਮ ਭਗਵੰਤ ਮਾਨ ਬੋਲੇ ਬਖਸ਼ੇ ਨਹੀਂ ਜਾਣਗੇ ਰਿਸ਼ਵਤਖੋਰ। ਪੰਜਾਬ ਲੁੱਟਣ ਵਾਲਿਆਂ ਤੋਂ ਲਿਆ ਜਾਏਗਾ ਇੱਕ ਪੈਸੇ ਦਾ ਹਿਸਾਬ। ਅਗਨੀਪਥ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਹਮਲਾ। ਬੋਲੇ ਅਸੀਂ 60 ਸਾਲ ਤੱਕ ਦੀ ਨੌਕਰੀ ਤੋਂ ਬਾਅਦ ਦੇ ਰਹੇ ਪੈਨਸ਼ਨ ਤਾਂ ਕੇਂਦਰ 21 ਸਾਲ 'ਚ ਹੀ ਨੌਜਵਾਨਾਂ ਨੂੰ ਕਰ ਰਹੀ ਰਿਟਾਇਰ। ਪੰਜਾਬ 'ਚ ਵੀ ਅਗਨੀਪਥ ਸਕੀਮ ਦਾ ਵਿਰੋਧ ਜਾਰੀ। ਨੰਗਲ ਦੇ ਵਿੱਚ ਸੜਕਾਂ ਤੇ ਉਤਰੇ ਨੌਜਵਾਨ। ਚੰਡੀਗੜ੍ਹ, ਊਨਾ ਤੇ ਅਨੰਦਪੁਰ ਸਾਹਿਬ ਗੜਸ਼ੰਕਰ ਹਾਈਵੇ ਕੀਤਾ ਜਾਮ। ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ। ਅਗਨੀਪਥ ਯੋਜਨਾ ਖਿਲਾਫ ਜੰਤਰ ਮੰਤਰ ਤੇ ਕਾਂਗਰਸ ਦਾ ਸੱਤਿਆਗ੍ਰਹਿ। ਪ੍ਰਿਯੰਕਾ ਗਾਂਧੀ ਸਣੇ तमाम ਵੱਡੇ ਲੀਡਰ ਪ੍ਰਦਰਸ਼ਨ 'ਚ ਸ਼ਾਮਿਲ। ਅਗਨੀਪਥ ਸਕੀਮ ਦੇ ਵਿਰੋਧ ਵਿਚਾਲੇ ਹਾਈ ਲੈਵਲ ਮੀਟਿੰਗ। ਰੱਖਿਆ ਮੰਤਰੀ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਕੀਤੀ ਚਰਚਾ। ਦੁਪਹਿਰ 2 ਵਜੇ ਰੱਖਿਆ ਮੰਤਰਾਲੇ ਦੀ ਹੋਏਗੀ ਪ੍ਰੈਸ ਕਾਨਫਰੰਸ। 에ਅਰਫੋਰਸ ਵੱਲੋਂ ਅਗਨੀਪਥ ਸਕੀਮ ਲਈ ਡਿਟੇਲ ਜਾਰੀ। ਹਵਾਈ ਸੈਨਾ ਦੇ ਵਿੱਚ ਭਰਤੀ ਹੋਣ ਵਾਲੇ ਅਗਨੀਵੀਰਾਂ ਨੂੰ ਸੈਲਰੀ ਦੇ ਨਾਲ ਮਿਲੇਗਾ ਹਾਰਡਸ਼ਿਪ ਅਲਾਉੈਂਸ। ਸਾਲ 'ਚ 30 ਛੁੱਟੀਆਂ ਦੇ ਨਾਲ ਸੀਐਸਡੀ ਕੈਂਟੀਨ ਦੀ ਵੀ ਸੁਵਿਧਾ। ਅਗਨੀਪਥ ਦੇ ਵਿਰੋਧ ਵਿਚਾਲੇ ਅਨੁਰਾਗ ਠਾਕੁਰ ਦੀ ਨੌਜਵਾਨਾਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ। ਕਿਹਾ ਅਗਨੀਪਥ ਨੌਜਵਾਨਾਂ ਦੇ ਹਿੱਤ 'ਚ ਲਿਆ ਗਿਆ ਫੈਸਲਾ। ਫੌਜ 'ਚ ਭਰਤੀ ਦੀ ਤਿਆਰੀ ਕਰਨ ਨੌਜਵਾਨ। ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਗੈਂਗਸਟਰ ਮਨਪ੍ਰੀਤ ਮੰਨਾ ਦੇ ਵੱਡੇ ਖੁਲਾਸੇ। ਕਤਲ ਦੀ ਪੂਰੀ ਪਲਾਨਿੰਗ ਬਾਰੇ ਕੀਤੇ ਖੁਲਾਸੇ। ਮੰਨਾ ਦੀ ਮੂਸੇਵਾਲਾ ਕਤਲकांड 'ਚ ਹੋਈ ਹੈ ਗ੍ਰਿਫਤਾਰੀ। ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ। ਮਾਨਸਾ ਦੇ ਮਨਮੋਹਨ ਉਰਫ ਮੋਨਾ ਨੇ ਵੀ ਕੀਤੀ ਸੀ ਮੂਸੇਵਾਲਾ ਦੀ ਰੈਕੀ। ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਪੁਲਿਸ। ਲਾਰੈਂਸ ਦੇ ਸਾਹਮਣੇ ਬਿਠਾ ਕੇ ਕੀਤੀ ਜਾਏਗੀ ਪੁੱਛਗਿੱਛ। ਪੁਲਿਸ ਦੀ ਪੁੱਛਗਿੱਛ ਦੌਰਾਨ ਲਾਰੈਂਸ ਨੇ ਗੋਲਡੀ ਬਰਾੜ ਬਾਰੇ ਕੀਤੇ ਵੱਡੇ ਖੁਲਾਸੇ। ਸੂਤਰਾਂ ਮੁਤਾਬਕ ਕੈਨੇਡਾ 'ਚ ਗੋਲਡੀ ਦੇ ਪਤੇ ਅਤੇ ਸਾਥੀਆਂ ਬਾਰੇ ਖੋਲੇ ਰਾਜ਼। 2 ਸ਼ੂਟਰਾਂ ਦਾ ਵੀ ਲਿਆ ਨਾਂ। ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਮੁੜ ਦਿਖਾਈ ਦਿੱਤਾ ਡਰੋਨ। ਬੀਐਸਐਫ ਜਵਾਨਾਂ ਦੀ ਫਾਇਰਿੰਗ ਤੋਂ ਬਾਅਦ ਹੋਇਆ ਗਾਇਬ। ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ। ਕਾਬੁਲ 'ਚ ਗੁਰੂ ਘਰ ਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਿੱਖਾਂ ਲਈ ਈ ਵੀਜ਼ਾ ਜਾਰੀ। ਪਹਿਲ ਦੇ ਆਧਾਰ ਤੇ 100 ਦੇ ਕਰੀਬ ਅਫਗਾਨ ਸਿੱਖਾਂ ਨੂੰ ਈ ਵੀਜ਼ਾ ਜਾਰੀ। ਹਰਿਆਣਾ 'ਚ ਸਥਾਨਕ ਚੋਣਾਂ ਲਈ VOTING ਅੱਜ। 18 ਨਗਰ ਪ੍ਰੀਸ਼ਦਾਂ ਅਤੇ 28 ਨਗਰ ਕੌਂਸਲਾਂ ਲਈ ਪੈ ਰਹੀਆਂ ਵੋਟਾਂ। 22 ਜੂਨ ਨੂੰ ਆਉਣਗੇ ਨਤੀਜੇ। सत श्री अकाल, मैं अर्शदीप संधू। न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं अग्निपथ स्कीम तो। पंजाब दे विच हुण लगातार अग्निपथ स्कीम का विरोध हो रहा है। नंगल दे विच नौजवान सड़कों ते उतरे ने। चंडीगढ़, ऊना ते अनंदपुर साहिब गढ़शंकर हाईवे जाम कर दिता है। वाहनां दीयां लंबियां कतारां लग गईयां ने। लगातार पंजाब दे विच भी हुण अग्निपथ योजना का विरोध किया जा रहा है। नंगल दे विच अग्निपथ दे विरोध दे विच नौजवान सड़कों ते उतरे ने। हाईवे जाम कर दिते ने। वाहनां दीयां लंबियां कतारां लग गईयां ने। कल भी लुधियाना ते जलंधर दे विच प्रदर्शन होए सी। लुधियाना दे विच रेलवे स्टेशन की भंनतोड़ की गई सी। हालांकि दूसरे पासे जलंधर दे विच रोस मुजाहरा किया गया सी। नौजवानों दे वल्लों सड़कां जाम कीतियां गईयां सी ते अज नंगल दे विच रोड देखण नूं मिलिया है। नौजवानों दा गुस्सा देखण नूं मिलिया है। अग्निपथ योजना वापस लैण दी मांग की जा रही है। अज नंगल दे विच नौजवान सड़कों ते उतरे ने। हाईवे जाम किए गए ने। वाहनां दीयां लंबियां कतारां लग गईयां ने। अग्निपथ योजना के तहत 4 साल दे लई फौज दे विच जवानां दी भर्ती होएगी। 4 साल तो बाद समीक्षा की जाएगी। तकरीबन 25% जो जवान होणगे उन्हां नूं फौज दे विच रेगुलर भर्ती किया जाएगा। बाकी रिटायर हो जाणगे। पेंशन नहीं मिलेगी। कई सारियां सहूलतां ने जिहड़ियां फौजियां नूं मिलदियां ने, रेगुलर फौजियां नूं मिलदियां ने, ओह नहीं मिलणगीਆਂ। हालांकि विरोध प्रदर्शनों को देखते हुए कई बदलाव जरूर किए गए हैं। कई किस्म दी सहूलतों का ऐलान किया गया है। रक्षा मंत्रालय दे विच 10% राखवेंकरण का ऐलान किया गया है। लेकिन फिर भी नौजवान लगातार इस योजना का विरोध जता रहे हैं। साडे सहयोगी नंगल तो राजकुमार जुड़े ने होर जानकारी दे लई। राजकुमार जी, की कुछ जानकारी है? प्रदर्शन की अजे भी जारी है नंगल दे विच? जी, मैं इत्थे दस्सना चाहना कि जिहड़ा अग्निपथ स्कीम का जिहड़ा लगातार पूरे पंजाब दे विच क्या पूरे भारत विच विरोध हो रहा है, उसी विरोध को देखते हुए अज श्री अनंदपुर साहिब दे विच भी कुछ नौजवानों वल्लों विरोध किया गया।
ਨੌਜਵਾਨਾਂ ਵੱਲੋਂ ਪਹਿਲਾਂ ਪੰਚਕਾਰਾ ਪਾਰਕ ਵਿੱਚ ਇਕੱਠੇ ਹੋ ਕੇ ਹੋਣ ਤੋਂ ਬਾਅਦ ਜਿਹੜਾ ਹੈ ਉਹ ਸਾਰੇ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਜਿਹੜਾ ਹੈ ਚੰਨ ਗੰਗਾ ਸਟੇਡੀਅਮ ਕੋ ਆ ਕੇ ਇਹਨਾਂ ਨੇ ਅਨੰਦਪੁਰ ਸਾਹਿਬ ਚੰਡੀਗੜ੍ਹ ਜਿਹੜਾ ਮੁੱਖ ਮਾਰਗ ਹੈ ਉਹ ਤੇ ਆ ਕੇ ਧਰਨਾ ਲਗਾ ਦਿੱਤਾ। ਇਹਨਾਂ ਦੀ ਇਹੀ ਮੰਗ ਸੀ ਕਿ ਜਿਹੜਾ ਅਗਨੀਪਥ ਸਕੀਮ ਹੈ ਜਿਹੜੀ ਇਹ ਜਾਂ ਵਾਪਸ ਹੋਵੇ ਤੇ ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਪ੍ਰਸ਼ਾਸਨ ਨੂੰ ਜਿਹੜਾ ਮੰਗ ਪੱਤਰ ਦੇਣ ਤੋਂ ਬਾਅਦ ਹੀ ਜਿਹੜਾ ਇਹ ਧਰਨਾ ਜਿਹੜਾ ਸਮਾਪਤ ਹੋ ਪਾਇਆ ਹੈ। ਜੀ ਸ਼ੁਕਰੀਆ ਪੂਰੀ ਜਾਣਕਾਰੀ ਦੇ ਲਈ ਰਾਜਕੁਮਾਰ ਜੀ। ਤਾਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ, ਲੇਕਿਨ ਅੱਜ ਨੰਗਲ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨੌਜਵਾਨ ਇਕੱਠੇ ਹੋਏ, ਹਾਈਵੇ ਜਾਮ ਕੀਤੇ ਗਏ, ਪ੍ਰਦਰਸ਼ਨ ਕੀਤਾ ਗਿਆ, ਅਗਨੀਪਥ ਯੋਜਨਾ ਦਾ ਵਿਰੋਧ ਜਤਾਇਆ ਗਿਆ ਹੈ। ਅਗਨੀਪਥ ਯੋਜਨਾ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਪ੍ਰਸ਼ਾਸਨ ਨੂੰ ਇਹਨਾਂ ਦੇ ਵੱਲੋਂ ਮੰਗ ਪੱਤਰ ਸੌਂਪਿਆ ਗਿਆ, ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਲਗਾਤਾਰ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤੇ ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿਚਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਪੀਲ ਕੀਤੀ ਹੈ, ਨੌਜਵਾਨਾਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਗਨੀਪਥ ਨੌਜਵਾਨਾਂ ਦੇ ਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਹੈ, ਇਸ ਦੇ ਨਾਲ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਏਗੀ। ਅਨੁਰਾਗ ਠਾਕੁਰ ਦਾ ਇਹ ਬਿਆਨ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਨੌਜਵਾਨ ਹਿੰਸਾ ਦਾ ਰਸਤਾ ਛੱਡ ਦੇਣ। ਇਹ ਨੌਜਵਾਨਾਂ ਦੇ ਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਹੈ। ਫੌਜ ਦੀ ਭਰਤੀ ਦੀ ਨੌਜਵਾਨ ਤਿਆਰੀ ਕਰਨ, ਇਸ ਦੇ ਨਾਲ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਏਗੀ। ਇਹ ਨੌਜਵਾਨਾਂ ਦੇ ਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਹੈ। ਲਗਾਤਾਰ ਦੇਸ਼ ਦੇ ਵਿੱਚ ਅਗਨੀਪਥ ਯੋਜਨਾ ਦਾ ਵਿਰੋਧ ਹੋ ਰਿਹਾ ਹੈ। ਕਈ ਥਾਵਾਂ ਤੇ ਪ੍ਰਦਰਸ਼ਨ ਹੋਏ ਨੇ, ਸੜਕਾਂ ਜਾਮ ਕੀਤੀਆਂ ਗਈਆਂ ਨੇ, ਕਈ ਥਾਵਾਂ ਤੇ ਇਹ ਪ੍ਰਦਰਸ਼ਨ ਹਿੰਸਕ ਵੀ ਹੋਏ ਨੇ। ਰੇਲਵੇ ਸਟੇਸ਼ਨਾਂ ਤੇ ਭੰਨਤੋੜ ਕੀਤੀ ਗਈ ਹੈ, ਰੇਲਵੇ ਦੀ ਸੰਪत्ति ਦਾ ਨੁਕਸਾਨ ਕੀਤਾ ਗਿਆ, ਬੱਸਾਂ ਨੂੰ ਅੱਗਾਂ ਲਗਾਈਆਂ ਗਈਆਂ। ਕਈ ਥਾਵਾਂ ਤੇ ਇਹ ਪ੍ਰਦਰਸ਼ਨ ਹਿੰਸਕ ਹੋਏ ਨੇ, ਜਿਸ ਤੋਂ ਬਾਅਦ ਅਨੁਰਾਗ ਠਾकुर ਨੇ शांति बनाए रखने की अपील की है। मेरा एक और देश के युवाओं से ये अनुरोध भी है, अपील भी है कि हिंसा का रास्ता अपनी बात रखने के लिए ठीक नहीं है। अग्निवीर युवाओं के हित में और देश को और सुरक्षित बनाने के लिए एक युवा आर्म्ड फोर्सेस बनाने के लिए उस दिशा में निर्णय लिया गया है और इसके सभी पहलुओं को जानने की आवश्यकता भी है। आपके जो भी कंसर्न है, जो भी विषय, उसको सरकार गंभीरता से सुन भी रही है और मुझे लगता है आगजनी करने से, हिंसा फैलाने से, उपद्रव मचाने से कुछ नहीं होगा, क्योंकि कुछ लोग अपनी राजनीतिक रोटियां सेंकने के लिए अगर करना चाहते हैं तो ये भी उचित नहीं है कि बच्चों के हाथ में झंडा देकर कोई निकाल देता है, कोई छोटे छोटे बच्चों को सड़कों पे निकालता है। ये उचित नहीं है। ये देश के हित में निर्णय लिया गया है, युवाओं के हित में लिया गया है और जिस तरह से सरकार ने 2 साल की रिलैक्सेशन भी दी है वो भी दिखाता है कि आपकी बात को सुना गया। उधर अग्निपथ ते अज दोपहर 2 बजे रक्षा मंत्रालय दे वल्लों प्रेस कॉन्फ्रेंस की जाएगी। डीएमए दे एडिशनल सैकटरी प्रेस कॉन्फ्रेंस करेंगे। रक्षा मंत्री ने हाई लेवल मीटिंग की है, जिस मीटिंग दे विच 3 सेनावां दे मुखी शामिल सन। तां की कोई वड्डा फैसला हो सकता है, इसका सबनूं इंतजार होएगा। अग्निपथ योजना नूं लैके दोपहर 2 बजे रक्षा मंत्रालय दे वल्लों प्रेस कॉन्फ्रेंस की जाएगी। ते प्रेस कॉन्फ्रेंस तो पहला मीटिंग की गई है, हाई लेवल मीटिंग हुई है। रक्षा मंत्री राजनाथ सिंह की अगवाई दे विच ਇਹ ਮੀਟਿੰਗ ਹੋਈ ਹੈ, ਜਿਸ ਦੇ ਵਿੱਚ 3 ਸੈਨਾਵਾਂ ਦੇ ਮੁਖੀ ਸ਼ਾਮਲ ਸਨ। ਕਈ ਬਦਲਾਅ ਕੀਤੇ ਗਏ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ। ਇਸ ਸਕੀਮ ਦੇ ਵਿੱਚ ਜਦੋਂ ਵਿਰੋਧ ਪ੍ਰਦਰਸ਼ਨ ਹੋਏ ਤਾਂ ਕਈ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਅਗਨੀਵੀਰਾਂ ਦੇ ਲਈ ਅਗਨੀਪਥ ਯੋਜਨਾ ਦੇ ਤਹਿਤ ਅਨਾਉਂਸ ਕੀਤੀਆਂ ਗਈਆਂ ਨੇ ਤੇ ਹੁਣ ਫਿਰ ਰੱਖਿਆ ਮੰਤਰਾਲੇ ਦੀ ਅਹਿਮ ਬੈਠਕ ਹੋਈ ਹੈ ਤੇ ਰੱਖਿਆ ਮੰਤਰਾਲੇ ਦੇ ਵੱਲੋਂ ਅੱਜ ਦੁਪਹਿਰ 2 ਵਜੇ प्रेस कॉन्फ्रेंस की जाएगी। नजर इसे ते ने कि इस स्कीम दे विच कोई होर बदलाव होने जा रहा है, कि कोई ऐलान होने जा रहा है, इस ते सब दी नजर बनिया हुई ने। दोपहर 2 बजे रक्षा मंत्रालय दे वल्लों प्रेस कॉन्फ्रेंस की जाएगी। अग्निपथ योजना नूं लैके प्रेस कॉन्फ्रेंस होएगी। लगातार देश भर दे विच अग्निपथ योजना दा विरोध नौजवानों दे वल्लों कीता जा रहा है। फौज दे विच रेगुलर भर्ती दी मंग कीती जा रही है। मंग कर रहे हैं कि जिस तरीके दे नाल पहला फौज दे विच भर्ती हुंदी है, उसे प्रक्रिया नूं जारी रखा जाए। अग्निपथ योजना दा विरोध जताया जा रहा है। तो अग्निपथ नूं लैके एक वड्डी मीटिंग की गई है। मीटिंग तो बाद दोपहर 2 बजे अज प्रेस कॉन्फ्रेंस की जाएगी। उधर इस सब दे विचाले एयरफोर्स ने अग्निपथ योजना लई डिटेल जारी की है। एयरफोर्स ने अपनी वैबसाइट ते ये डिटेल अपलोड की है। किहड़ियां-किहड़ियां सहूलतां मिलणगियां अग्निवीरां नूं, जिहड़े जवान अग्निपथ योजना दे तहत जिहड़े है वो भर्ती होणगे, उन्हां नूं किहड़ियां-किहड़ियां सहूलतां मिलणगियां। साल दे विच 30 छुट्टियां मिलणगियां। CSD कैंटीन सुविधा भी अग्निवीरां नूं मिलेगी।
ਅਗਨੀਵੀਰਾਂ ਨੂੰ ਵਰਦੀ ਅਲਾਉੈਂਸ ਮਿਲੇਗਾ, ਟਰੈਵਲ ਅਲਾਉੈਂਸ ਮਿਲੇਗਾ, ਸੈਲਰੀ ਦੇ ਨਾਲ ਹਾਰਡਸ਼ਿਪ ਅਲਾਉੈਂਸ ਵੀ ਮਿਲੇਗਾ। ਤਾਂ ਇਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਅਗਨੀਵੀਰਾਂ ਨੂੰ ਦਿੱਤੀਆਂ ਜਾਣਗੀਆਂ। 에ਅਰ ਫੋਰਸ ਦੇ ਵੱਲੋਂ ਇਹ ਡਿਟੇਲ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕੀਤੀ ਗਈ ਹੈ। ਇਹ ਡਿਟੇਲ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਅਗਨੀਵੀਰਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਅਗਨੀਪਥ ਯੋਜਨਾ ਦਾ ਜਿੱਥੇ ਲਗਾਤਾਰ ਵਿਰੋਧ ਹੋ ਰਿਹਾ ਹੈ ਉੱਥੇ ਹੀ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਗਨੀਵੀਰਾਂ ਨੂੰ ਉਹ ਵੀ ਜਾਣਕਾਰੀ ਹੁਣ ਸਾਂਝੀ ਕੀਤੀ ਜਾ ਰਹੀ ਹੈ। ਤੇ ਅਗਨੀਪਥ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ। ਕਿਹਾ ਕਿ ਅਸੀਂ 60 ਸਾਲ ਤੱਕ ਦੀ ਨੌਕਰੀ ਤੋਂ ਬਾਅਦ ਪੈਨਸ਼ਨ ਦੇ ਰਹੇ ਹਾਂ, ਲੇਕਿਨ ਕੇਂਦਰ 21 ਸਾਲ ਦੇ ਵਿੱਚ ਹੀ ਨੌਜਵਾਨਾਂ ਨੂੰ ਰਿਟਾਇਰ ਕਰ ਰਹੀ ਹੈ। ਸਾਡੀ ਸਰਕਾਰ ਨੇ 25000 ਨੌਕਰੀਆਂ ਕੱਢੀਆਂ ਨੇ। ਸੀਐਮ ਭਗਵੰਤ ਮਾਨ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ। ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਲਈ ਤੇ ਉਸੇ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਅਸੀਂ 60 ਸਾਲ ਤੱਕ ਦੀ ਨੌਕਰੀ ਤੋਂ ਬਾਅਦ ਪੈਨਸ਼ਨ ਦੇ ਰਹੇ ਹਾਂ ਤੇ ਕੇਂਦਰ 21 ਸਾਲ ਦੇ ਵਿੱਚ ਹੀ ਨੌਜਵਾਨਾਂ ਨੂੰ ਰਿਟਾਇਰ ਕਰ ਰਹੀ ਹੈ। 1000 ਨੌਕਰੀਆਂ ਕੱਢੀਆਂ ਹੋਰ ਕੱਢਾਂਗੇ ਪਰ ਉਹ ਨੌਕਰੀਆਂ ਜਿਹੜੀਆਂ ਨੇ ਜਦੋਂ ਤੱਕ ਤੁਹਾਡੀ ਉਮਰ 60 ਸਾਲ ਦੀ ਨਹੀਂ ਹੁੰਦੀ ਉਦੋਂ ਰਿਟਾਇਰ ਹੋਣਗੇ ਉਦੋਂ ਬਾਅਦ ਪੈਨਸ਼ਨ ਮਿਲੂਗੀ। ਜਾਂ ਨਰਿੰਦਰ ਮੋਦੀ ਜੀ ਨੌਕਰੀ ਕੱਢ ਰਹੇ ਆ ਬੀਜੇਪੀ ਵਾਲੇ ਕਿਹੜੀ ਕੱਢ ਰਹੇ ਆ ਫੌਜ ਦੀ ਕੀ ਕਹਿੰਦੇ ਆ 17 ਸਾਲ ਦੇ ਆ ਜਾਓ 6 ਮਹੀਨੇ ਤੁਹਾਨੂੰ ਟ੍ਰੇਨਿੰਗ ਦੇਵਾਂਗੇ 2.5 ਸਾਲ ਕੰਮ ਕਰ ਲਿਓ 21 ਸਾਲ ਦੇ ਸਾਬਕਾ ਫੌਜੀ ਬਣ ਕੇ ਘਰੇ ਆ ਜਾਓ। ਉਹਨੇ ਦੱਸੋ ਇਹ ਕਿਹੜੀ 2.5 ਸਾਲ ਦੀ ਨੌਕਰੀ ਹੈ ਬਈ। ਸੋ ਇਹ ਅਗਨੀ ਜਿਹੜਾ ਇਹਨਾਂ ਨੇ ਬਣਾਇਆ ਉਹ ਜਿਹੜਾ ਕਾਨੂੰਨ ਉਹ ਵਾਪਸ ਲੈਣਾ ਪਊਗਾ। ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ। ਮੈਂ ਪੱਤਰਕਾਰਾਂ ਨੂੰ ਵੀ ਕਿਹਾ ਪਹਿਲਾਂ ਇਹਨਾਂ ਨੇ GST ਲਿਆਂਦੀ ਲੋਕ ਕਹਿੰਦੇ ਕੀ ਆ ਉਹ ਕਹਿੰਦੇ ਹੈ ਤੁਹਾਨੂੰ ਸਮਝ ਨਹੀਂ ਆਈ ਕਾਨੂੰਨ ਬਹੁਤ ਵਧੀਆ। ਫਿਰ ਇਹਨਾਂ ਨੇ ਸਿਟੀਜ਼ਨ ਬਿੱਲ ਲਿਆਂਦਾ ਉਹ ਲੋਕ ਕਹਿੰਦੇ ਕੀ ਹੁੰਦਾ ਕਹਿੰਦੇ ਹੈ ਤੁਹਾਨੂੰ ਸਮਝ ਨਹੀਂ ਆਈ ਬਹੁਤ ਵਧੀਆ ਕਾਨੂੰਨ ਹੈ। ਫਿਰ ਕਿਸਾਨਾਂ ਵਾਲੇ ਬਿੱਲ ਲਿਆਂਦੇ ਕਿਸਾਨ ਕਹਿੰਦੇ ਕੀ ਹੈ ਕਹਿੰਦੇ ਹੈ ਤੁਹਾਨੂੰ ਸਮਝ ਨਹੀਂ ਆਈ ਇਹਦਾ ਬਹੁਤ ਫਾਇਦੇ ਵਾਲੀ ਚੀਜ਼ ਹੈ। ਹੁਣ ਆ ਗਿਆ ਅਗਨੀ ਉਹ ਕਹਿੰਦੇ ਕੀ ਹੈ ਕਹਿੰਦੇ ਹੈ ਤੁਹਾਨੂੰ ਸਮਝ ਨਹੀਂ ਆਈ। ਇੱਕ ਸਮਝਦਾਰ ਕੱਲੀ ਬੀਜੇਪੀ ਰਹੇਗੀ ਬਸ ਆਪਾਂ ਕੰਮ ਨਹੀਂ ਕੋਈ ਕਰਦੇ ਹਾਂ ਇਹੋ ਜਿਹੇ ਕਾਨੂੰਨ ਲਿਆਉਂਦੇ ਕਿਉਂ ਨੇ ਲੋਕਾਂ ਨੂੰ ਸਮਝ ਨਹੀਂ ਆਉਂਦੇ। ਤਾਂ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ। ਪਹਿਲਾਂ ਵੀ ਉਹਨਾਂ ਦੇ ਵੱਲੋਂ ਅਗਨੀਪਥ ਯੋਜਨਾ ਦਾ ਵਿਰੋਧ ਜਤਾਇਆ ਗਿਆ ਹੈ ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੱਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਵੀ ਹਾਮੀ ਭਰੀ ਕਿ ਵਿਧਾਨ ਸਭਾ ਇਜਲਾਸ ਦੇ ਦੌਰਾਨ ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿੱਚ ਮਤਾ ਲਿਆਂਦਾ ਜਾਏਗਾ। ਤਾਂ ਹੁਣ ਫਿਰ ਅੱਜ ਚੋਣ ਪ੍ਰਚਾਰ ਦੇ ਦੌਰਾਨ ਸੀਐਮ ਭਗਵੰਤ ਮਾਨ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ, ਅਗਨੀਪਥ ਸਕੀਮ ਦਾ ਵਿਰੋਧ ਜਤਾਇਆ ਹੈ ਤੇ ਨਾਲ ਹੀ ਸਵਾਲ ਚੁੱਕੇ ਨੇ ਇਸ ਸਕੀਮ ਨੂੰ ਲੈ ਕੇ। ਉਧਰ ਅਗਨੀਪਥ ਦੇ ਖਿਲਾਫ ਕਾਂਗਰਸ ਦੇ ਵੱਲੋਂ ਸੱਤਿਆਗ੍ਰਹਿ ਕੀਤਾ ਜਾ ਰਿਹਾ। ਜੰਤਰ ਮੰਤਰ ਤੇ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਪ੍ਰਿਯੰਕਾ ਗਾਂਧੀ ਸੱਤਿਆਗ੍ਰਹਿ ਤੇ ਬੈਠੇ ਨੇ। ਕਈ तमाम ਵੱਡੇ ਲੀਡਰ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ। ਕਾਂਗਰਸ ਦੇ तमाम ਵੱਡੇ ਲੀਡਰ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ। ਅਗਨੀਪਥ ਸਕੀਮ ਦੇ ਵਿਰੋਧ ਦੇ ਵਿੱਚ ਕਾਂਗਰਸ ਸੜਕਾਂ ਤੇ ਉਤਰੀ ਹੈ। ਦਿੱਲੀ ਦੀਆਂ ਤਸਵੀਰਾਂ ਨੇ। ਜੰਤਰ ਮੰਤਰ ਦੇ ਵਿੱਚ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਸੱਤਿਆਗ੍ਰਹਿ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਗਾਂਧੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਅਗਨੀਪਥ ਯੋਜਨਾ ਦਾ विरोध जताया जा रहा है। विश्वासघात हो रहा है पूरी तरह से। वो राष्ट्र सेवा करने के लिए भर्ती होना चाहते हैं, पूरे अपने परिवारों की देखभाल करने के लिए, पूरे जीवन भर के लिए। गलत हो रहा है जो हो रहा है, ये स्कीम वापस विश्वासघात हो रहा है पूरी तरह से। वो राष्ट्र सेवा करने के लिए भर्ती होना चाहते हैं, पूरे अपने परिवारों की देखभाल करने के लिए, पूरे जीवन भर के लिए। गलत हो रहा है जो हो रहा है, ये स्कीम वापस विश्वासघात हो रहा है पूरी तरह से। वो राष्ट्र सेवा करने के लिए भर्ती होना चाहते हैं, पूरे अपने परिवारों की देखभाल करने के लिए, पूरे जीवन भर के लिए। गलत हो रहा है जो हो रहा है, ये स्कीम वापस विश्वासघात हो रहा है पूरी तरह से। वो राष्ट्र सेवा करने के लिए भर्ती होना चाहते हैं, पूरे अपने परिवारों की देखभाल करने के लिए, पूरे जीवन भर से ठेके पर लिए गए और अब
सेना में भी भर्ती ठेके पे की जा रही है। जो भी उनकी योजनाएं होती हैं, जैसा कि हमारे शक्ति भाई ने कहा, वो निर्णय पहले लेते हैं। ਤਾਂ ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਗਨੀਪਥ ਯੋਜਨਾ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਕਾਂਗਰਸ ਦੇ ਆਗੂ ਕਹਿੰਦੇ ਨਜ਼ਰ ਆਏ ਨੇ ਕਿ ਸਰਕਾਰ ਫੈਸਲੇ ਪਹਿਲਾਂ ਲੈ ਲੈਂਦੀ ਹੈ ਲੇਕਿਨ ਹੋਏਗਾ ਤਾਂ ਵਿਰੋਧ ਪ੍ਰਦਰਸ਼ਨ ਕਾਂਗਰਸ ਵੱਲੋਂ ਇਸ ਵੇਲੇ ਜਾਰੀ ਹੈ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।